ਤੇ ਨੈਕਸਟ ਕਿਹੜੀ ਬਿਮਾਰੀ ਆ ਰਹੀ ਹੈ ਤੇ ਸਾਨੂੰ ਉਹਦੇ ਵਾਲੀ ਕੀ ਕਰਨਾ ਚਾਹੀਦਾ ਕਿ ਅਸੀਂ ਬਚ ਸਕੀਏ। ਡਾਕਟਰ ਸਾਹਿਬ ਕ੍ਰਾਸ ਤੇ ਪਿਓਰ ਜਾਨਵਰ ਚ ਕੀ ਫਰਕ ਹੈ? ਨੈਕਸਟ ਕਿਹੜੀ ਬਿਮਾਰੀ ਆ ਰਹੀ ਹੈ ਤੇ ਸਾਨੂੰ ਉਹਦੇ ਵਾਲੀ ਕੀ ਕਰਨਾ ਚਾਹੀਦਾ ਕਿ ਅਸੀਂ ਬਚ ਸਕੀਏ। ਜੀ ਮਨੋਵਰ ਭਾਈ, ਐਕਚੁਅਲੀ ਸਾਡੀ ਜ਼ਮੀਨ ਦੇ ਵਿੱਚ ਕਾਫੀ ਸਾਰੀਆਂ ਦੀ ਇੰਗਰੀਡੀਐਂਟਸ ਜਿਹੜੇ ਹੈ ਲਾਈਕ ਜ਼ਿੰਕ, ਕੈਲਸ਼ੀਅਮ, ਇਹ ਚੀਜ਼ਾਂ ਦੀ ਕਮੀ ਆ। ਤੇ ਡਾਕਟਰ ਸਾਹਿਬ ਜਿੱਦਾਂ ਕਿ ਤੁਹਾਨੂੰ ਬਾਰ-ਬਾਰ ਰਿਪੀਟ ਦਾ ਕੇਸ ਸ਼ੋ ਹੋ ਰਿਹਾ, ਅਲਹਮਦੁਲਿਲਾ ਆਪਣੇ ਫਾਰਮ ਦੇ ਵਿੱਚ ਕੋਈ ਐਸਾ ਕੇਸ ਨਹੀਂ ਆਇਆ ਤੇ ਆਪਣੇ ਚੰਗੇ ਸਹੀ ਰਹੇ ਜੀ। ਤੇ ਜਿਹੜੇ ਲੋਕਲ ਫਾਰਮਰ ਆ ਨਸਲੇ ਛੋਟੇ ਲੈਵਲ ਦੇ, ਉਹਨਾਂ ਦੇ ਜਿਹੜੇ ਜਾਨਵਰ ਬਾਰ-ਬਾਰ ਰਿਪੀਟ ਹੋ ਜਾਂਦੇ ਆ, ਇਹਦਾ ਕੀ ਲਾਈਕ ਜਿਹੜਾ ਸਾਡਾ ਲੋਕਲ ਫਾਰਮਰ ਆ ਉਹਨੂੰ ਚਾਹੀਦਾ ਕਿ ਚੋਲਸਤਾਨ ਆ ਜਾਂ ਦੇਸੀ ਗਾਂ ਆ ਉਹ ਤੇ ਫਰੀਜ਼ਨ ਦਾ ਕ੍ਰਾਸ ਕਰਾਉਣ, ਠੀਕ ਆ, ਔਰ ਦੁੱਧ ਦੀ ਪੈਦਾਵਾਰ ਵਧਾਉਣ। अस्सलाम वालेकुम दोस्तों, की हाल चाल है? सेहत बेहतर ठीक ने जी। मैं नवर गुजर, आई होप सब दोस्त ठीक ठाक होंगे। जनाब अज आए अपने डॉक्टर साहब विजिट करने वाली डेयरी फार्म ते डॉक्टर साहब दे नाल ये थोड़ियां गलबात करांगे। ते जिद्दां कि तुहानूं पता ही लंपी स्किन आई सी ते अल्हम्दुलिल्लाह अपना फार्म दे विच कोई ऐसा केस रिकॉर्ड नहीं होया ते आपां इस चों महफूज रहे हैं। ते अगे आपां डॉक्टर साहब को डिस्कस करांगे किहड़ी बीमारी आने वाली आ ते उहदा इलाज की आ ਤੇ ਅਸੀਂ ਕਿੱਦਾਂ ਉਹਦੇ ਤੋਂ ਮਹਿਫੂਜ਼ ਰਹਿ ਸਕਦੇ। ਆਪ ਦੋਸਤ ਜਲਦੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀਆਂ ਹੈਗੀਆਂ ਇਨਸ਼ਾਅੱਲਾ ਹੋਰ ਵੀਡੀਓ ਵੀ ਆਉਣਗੀਆਂ ਤੇ ਡਾਕਟਰ ਸਾਹਿਬ ਨਾਲ ਡਿਸਕਸ ਕਰਦੇ ਹਾਂ। अस्सलाम वालेकुम जी वालेकुम सलाम मनोवर भाई, क्या हाल है? ठीक हो? ठीक ठाक डॉक्टर साहब, तुसीं सुनाओ सेहत? जी अल्हम्दुलिल्लाह, दुआएं आपकी। डॉक्टर साहब क्रॉस ते प्योर जानवर च की फर्क हुंदा जी? जी मनोवर भाई, ਸਾਡੇ ਕੋਲ ਜਾਨਵਰ ਕ੍ਰਾਸ ਚ ਹਾਂਜੀ ਸਾਰਾ ਬਲੈਕ ਆ, ਇਹ ਉਹ ਫਰੀਜ਼ਨ ਖਲੋਤਾ ਜਿਹਦੀਆਂ 4 ਲੈਗ ਜਿਹੜੀਆਂ ਨੇ ਮਤਲਬ ਵਾਈਟ ਨੇ, ਹਾਂਜੀ ਅੱਧੀ ਪੂਛ ਵਾਈਟ ਹੈ, ਇਹ ਸਾਡਾ ਪਿਓਰ ਜਾਨਵਰ ਹੈ। ਠੀਕ ਠੀਕ ਹੈ, ਇਹਨੂੰ ਅਸੀਂ ਸਮਝ ਲਓ ਕਿ ਦੁੱਧ ਦਾ ਜਿਹੜਾ ਨਾ ਪ੍ਰੋਡਕਸ਼ਨ ਲੈਣ ਲਈ ਇਹ ਸਾਡੇ ਕੋਲ ਬਿਹਤਰੀਨ ਬਰੀਡ ਆ। ਹਾਂਜੀ ਲੇਕਿਨ ਅਗਰ ਅਸੀਂ ਕ੍ਰਾਸ ਤੇ ਰਵਾਂਗੇ ਜਾਂ ਮਤਲਬ ਪਿਓਰਟੀ ਵਾਲਾ ਲਗਾਵਾਂਗੇ ਘੱਟ ਤੇ ਸਾਡਾ ਜਾਨਵਰ ਦੁੱਧ ਘੱਟ ਦੇਗਾ। ਲਾਈਕ ਜਿਹੜਾ ਸਾਡਾ ਲੋਕਲ ਫਾਰਮਰ ਆ ਉਹਨੂੰ ਚਾਹੀਦਾ ਕਿ ਚੋਲਸਤਾਨ ਆ ਜਾਂ ਦੇਸੀ ਗਾਂ ਆ ਉਹ ਤੇ ਫਰੀਜ਼ਨ ਦਾ ਕ੍ਰਾਸ ਕਰਾਉਣ, ਠੀਕ ਆ, ਔਰ ਦੁੱਧ ਦੀ ਪੈਦਾਵਾਰ ਵਧਾਉਣ। ਇੱਥੇ ਹੁਣ ਤੁਸੀਂ ਦੇਖ ਲਓ ਮਾਸ਼ਾਅੱਲਾ ਜਾਨਵਰ ਦੀ ਹੈਲਥ ਚੈੱਕ ਕਰੋ ਤੇ ਜਿਹੜਾ ਜਾਨਵਰ ਬੰਨਿਆ ਹੋਇਆ ਉਹਨੂੰ ਬੰਨੇ ਨੂੰ ਸਾਰੀ ਦਿਹਾੜੀ ਜ਼ਿਮੀਂਦਾਰ 4 ਵਜੇ ਤੋਂ ਉੱਠ ਕੇ ਰਾਤ 10 ਵਜੇ ਤੱਕ ਪੱਠੇ ਪਾਉਂਦਾ, ਲੇਕਿਨ ਇੰਨੀ ਪ੍ਰੋਡਕਸ਼ਨ ਨਹੀਂ ਲੈ ਸਕਦਾ। ਡਿਪੈਂਡ ਕਰਦਾ ਬਰੀਡ ਤੇ। ਤੁਹਾਡੀ ਅਗਰ ਬਰੀਡ ਅੱਛੀ ਹੋਏਗੀ ਤਾਂ ਤੁਸੀਂ, ਅੱਛੀ ਨਹੀਂ ਹੋਏਗੀ ਤਾਂ ਤੁਸੀਂ ਦੁੱਧ ਦੀ ਪੈਦਾਵਾਰ ਨਹੀਂ ਲੈ ਸਕਦੇ। ਔਰ ਅਸੀਂ ਮਤਲਬ ਇਨਸੈਂਟਿਵ ਲਈ ਜਿਹੜਾ ਸਾਡਾ ਵੰਡਾ ਕਾਸਟਲੀ ਪੈਂਦਾ ਉਹ ਸਾਡਾ ਫਜ਼ੂਲ ਜਾਏਗਾ। ਠੀਕ ਹੈ, ਤੇ ਕੋਸ਼ਿਸ਼ ਕਰੋ ਬਰੀਡ ਤੇ ਕੰਮ ਕਰਨ ਦੀ। ਅਗਰ ਅੱਛਾ ਸੀਮਨ ਰਖਵਾਵਾਂਗੇ, ਅੱਛੇ ਬੁੱਲ ਦਾ ਪ੍ਰੋਜਨੀ ਵਾਲਾ, ਤਾਂ ਸਾਡਾ ਜਾਨਵਰ ਦੁੱਧ ਵੀ ਜ਼ਿਆਦਾ ਦੇਗਾ ਔਰ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਸਾਡਾ ਕਾਰੋਬਾਰ ਵੀ ਇੰਨਾ ਵਧੇਗਾ। ਤੇ ਇਹ ਮਾਮਲਾ ਤਾਂ ਹੈ ਜੀ। ਡਾਕਟਰ ਸਾਹਿਬ ਜਿੱਦਾਂ ਤੁਹਾਨੂੰ ਪਤਾ ਲੰਪੀ ਸਕਿਨ ਦੀ ਬਿਮਾਰੀ ਆਈ ਸੀ ਜੀ, ਕਾਫੀ ਨੁਕਸਾਨ ਕੀਤਾ ਉਹਨਾਂ ਨੇ। ਹਾਂਜੀ ਅਲਹਮਦੁਲਿਲਾ ਸਾਡਾ ਫਾਰਮ ਇੱਥੇ ਮਹਿਫੂਜ਼ ਰਿਹਾ ਜੀ ਮਨੋਵਰ ਭਾਈ, ਉਹਦੀ ਰੀਜ਼ਨ ਕੀ ਸੀ ਕਿ ਅਸੀਂ ਪਹਿਲੇ ਵੈਕਸੀਨ ਕਰ ਲਈ ਸੀ। ਵਾਇਰਲ ਡਿਜ਼ੀਜ਼ ਜਿੰਨੀਆਂ ਵੀ ਹੈ ਉਹਨਾਂ ਦਾ ਇਲਾਜ ਵੈਕਸੀਨ ਹੀ ਹੈ, ਨਾ ਕਿ ਟ੍ਰੀਟਮੈਂਟ ਐਜ਼ ਏ ਅਸੀਂ ਸਿੰਪਟੋਮੈਟਿਕ ਟ੍ਰੀਟਮੈਂਟ ਕਰਨੇ, ਉਹਦਾ ਬੁਖਾਰ ਵਗੈਰਾ ਕੰਟਰੋਲ ਕਰਨ ਲਈ। ਵਾਇਰਸ ਨੇ ਆਪਣਾ ਦਿਨ ਜਿਹੜੇ 14 ਦਿਨ ਉਹਨੇ ਪੂਰੇ ਕਰਨੇ ਹੁੰਦੇ ਆ। ਤੇ ਨੈਕਸਟ ਕਿਹੜੀ ਬਿਮਾਰੀ ਆ ਰਹੀ ਹੈ ਤੇ ਸਾਨੂੰ ਉਹਦੇ ਵਾਲੀ ਕੀ ਕਰਨਾ ਚਾਹੀਦਾ ਕਿ ਅਸੀਂ ਬਚ ਜੀ ਮਨੋਵਰ ਭਾਈ, ਐਕਚੁਅਲੀ ਨੈਕਸਟ ਬਿਮਾਰੀ ਜਿਹੜੀ ਸਾਡੀ ਆ ਰਹੀ FMD ਹੈ, ਜਿਹਨੂੰ ਅਸੀਂ ਮੂੰਹ ਖੁਰ ਕਹਿੰਦੇ ਆ। ਠੀਕ ਹੈ, ਜਿਹੜਾ ਕਿ ਜਾਨਵਰ ਦਾ ਕਾਫੀ ਨੁਕਸਾਨ ਕਰਦਾ, ਉਹਦੀ ਦੁੱਧ ਜਿਹੜਾ ਉਹਦੀ ਪ੍ਰੋਡਕਸ਼ਨ ਘਟਾਉਂਦਾ, ਅਬੋਰਸ਼ਨ ਜ਼ਿਆਦਾ ਹੁੰਦਾ ਔਰ ਜਾਨਵਰ ਦੀ ਰਿਕਵਰੀ ਤੇ ਟਾਈਮ ਲੱਗਦਾ। ਕਿਉਂਕਿ ਮੂੰਹ 'ਚ ਛਾਲੇ ਆਉਂਦੇ, ਖੁਰਾਂ 'ਚ ਛਾਲੇ ਆਉਂਦੇ, ਜਿਹਦੀ ਵਜ੍ਹਾ ਤੋਂ ਜਾਨਵਰ ਖਾ ਪੀ ਵੀ ਨਹੀਂ ਸਕਦਾ ਔਰ ਲੰਗੜੇਪਨ ਦਾ ਸ਼ਿਕਾਰ ਹੋ ਜਾਂਦਾ। ਉਹਨੂੰ ਅਸੀਂ ਬਚਾਉਣ ਵਾਸਤੇ ਸਭ ਤੋਂ ਬਿਹਤਰੀਨ ਹੱਲ ਹੈ ਬਰ ਵਕਤ ਵੈਕਸੀਨ। ਠੀਕ ਹੈ, ਹੁਣ ਵੈਕਸੀਨ ਦਾ ਟਾਈਮ, ਅਗਰ ਜਿਹੜਾ ਫਾਰਮਰ ਵੈਕਸੀਨ ਕਰਵਾ ਲੇਗਾ ਤੇ ਜਾਨਵਰ ਮਹਿਫੂਜ਼ ਰਹਿਣਗੇ। ਅਗਰ ਵੈਕਸੀਨ ਨਹੀਂ ਕਰਵਾਏਗਾ ਤੇ ਮੇਬੀ ਲੰਪੀ ਸਕਿਨ ਤੋਂ ਬਾਅਦ ਮੂੰਹ ਖੁਰ ਦੀ ਜਿਹੜਾ ਨਾ ਡਿਜ਼ੀਜ਼ ਦਾ ਹਮਲਾ ਜ਼ਿਆਦਾ ਹੋਵੇ। ਠੀਕ ਆ, ਕਿਉਂਕਿ ਸਰਦੀ ਅੱਗੇ ਗਈ ਆ ਬੜ, ਤੇ ਜਨਵਰੀ, ਫਰਵਰੀ, ਮਾਰਚ ਇਹ 3 ਮਹੀਨੇ ਇੰਪੋਰਟਡ ਆ ਮੂੰਹ ਖੁਰ ਵਾਸਤੇ। ਤੇ ਅਗਰ ਅਸੀਂ ਇਹਦੀ ਵੈਕਸੀਨ ਬਰ ਵਕਤ ਕਰਵਾ ਲਈਏ ਤਾਂ ਸਾਡਾ ਜਾਨਵਰ ਮਹਿੰਗੇ ਇਲਾਜ ਤੋਂ ਵੀ ਬਚ ਜਾਏਗਾ ਔਰ ਅੱਛੀ ਪ੍ਰੋਡਕਸ਼ਨ ਵੀ ਦੇਗਾ ਔਰ ਮੂੰਹ ਖੁਰ ਤੋਂ ਬਚ ਜਾਏਗਾ। ਡਾਕਟਰ ਸਾਹਿਬ ਜਿੱਦਾਂ ਕਿ ਤੁਹਾਨੂੰ ਬਾਰ-ਬਾਰ ਰਿਪੀਟ ਦਾ ਕੇਸ ਸ਼ੋ ਹੋ ਰਿਹਾ, ਅਲਹਮਦੁਲਿਲਾ ਆਪਣੇ ਫਾਰਮ ਦੇ ਵਿੱਚ ਕੋਈ ਐਸਾ ਕੇਸ ਨਹੀਂ ਆਇਆ ਤੇ ਆਪਣੇ ਚੰਗੇ ਸਹੀ ਰਹੇ ਜੀ। ਤੇ ਜਿਹੜੇ ਲੋਕਲ ਫਾਰਮਰ ਆ ਨਸਲੇ ਛੋਟੇ ਲੈਵਲ ਦੇ, ਉਹਨਾਂ ਦੇ ਜਿਹੜੇ ਜਾਨਵਰ ਬਾਰ-ਬਾਰ ਰਿਪੀਟ ਹੋ ਜਾਂਦੇ ਆ, ਇਹਦਾ ਕੀ ਹੈ? ਜੀ ਮਨੋਵਰ ਭਾਈ, ਐਕਚੁਅਲੀ ਸਾਡੀ ਜ਼ਮੀਨ ਦੇ ਵਿੱਚ ਕਾਫੀ ਸਾਰੀਆਂ ਦੀ ਇੰਗਰੀਡੀਐਂਟਸ ਜਿਹੜੇ ਹੈ ਲਾਈਕ ਜ਼ਿੰਕ, ਕੈਲਸ਼ੀਅਮ, ਇਹ ਚੀਜ਼ਾਂ ਦੀ ਕਮੀ। ਕਿਉਂਕਿ ਫਾਰਮਰ ਜਿਹੜਾ ਲੋ ਲੈਂਦਾ ਜ਼ਿਆਦਾ ਤੇ DAP ਨਹੀਂ ਪਾਉਂਦਾ, ਉਹਦੀ ਵਜ੍ਹਾ ਤੋਂ ਜਿਸਮ ਦੇ ਵਿੱਚ ਪੱਠਿਆਂ 'ਚ ਕੈਲਸ਼ੀਅਮ ਦੀ ਕਮੀ ਆਉਂਦੀ ਔਰ ਬੋਡੀ 'ਚ ਜਾਨਵਰ ਦੇ ਵੀ ਕੈਲਸ਼ੀਅਮ ਦੀ ਕਮੀ ਆ ਜਾਂਦੀ। ਠੀਕ ਹੈ, ਔਰ ਉਹਦੀ ਵਜ੍ਹਾ ਤੋਂ ਕਰਕੇ ਸਾਡਾ ਜਾਨਵਰ ਜਿਹੜਾ ਵਾ ਉਹ ਕਨਸੀਵ ਨਹੀਂ ਕਰ ਸਕਦਾ। ਅਗਰ ਅਸੀਂ ਪ੍ਰੋਪਰ ਉਹਦਾ ਕੈਲਸ਼ੀਅਮ ਸ਼ੁਰੂ ਰੱਖੀਏ 100 ਗ੍ਰਾਮ ਡੇਲੀ, ਤੇ ਅੱਲਾ ਦੇ ਹੁਕਮ ਨਾਲ ਸਾਡਾ ਜਾਨਵਰ ਘੱਟ ਰਿਪੀਟ ਹੋਏਗਾ, ਫੀਟ ਸਹੀ ਆਏਗਾ
ਔਰ ਮਜ਼ੇ ਦੀ ਗੱਲ ਇਹ ਕਿ ਤੁਹਾਨੂੰ ਆਫਟਰ ਕੈਲਵਿੰਗ ਸੂਨ ਤੋਂ ਬਾਅਦ ਵੀ ਜਲਦੀ ਮਤਲਬ ਬੋਲ ਪਏਗਾ ਔਰ ਜਲਦੀ ਤੁਹਾਨੂੰ ਬੱਚਾ ਦੁਬਾਰਾ ਦੇਗਾ। ਤੇ ਦੂਸਰਾ ਤੁਸੀਂ ਆਪਣੀ ਹਰ ਖੁਰਲੀ ਦੇ ਨਾ ਆਪਣੇ ਹਰ ਜਾਨਵਰ ਦੇ ਅੱਗੇ ਕਾਫੀ ਜ਼ਿਆਦਾ ਨਮਕ ਵੀ ਰੱਖਿਆ ਹੈ, ਇਹਦਾ ਕੀ ਫਾਇਦਾ ਤੁਹਾਡੇ? ਡੈਫੀਨਿਟਲੀ ਜਾਨਵਰ ਆ ਉਹ ਵੀ ਜਾਨਦਾਰ ਆ, ਉਹਨੂੰ ਨਮਕੀਨ ਦੀ ਜ਼ਰੂਰਤ ਆ, ਪ੍ਰੋਟੀਨ ਦੀ ਜ਼ਰੂਰਤ ਆ, ਠੀਕ ਹੈ। ਹਾਂਜੀ ਇਸ ਲਈ ਅਸੀਂ ਉਹਨੂੰ ਨਮਕ ਰਖਾਇਆ ਤਾਂ ਕਿ ਉਹ ਆਪਣਾ ਇਹਨੂੰ ਮਤਲਬ ਯੂਜ਼ ਕਰੇ ਔਰ ਆਪਣੇ ਅੰਦਰ ਨਮਕੀਨ ਦੀ ਕਮੀ ਪੂਰੀ ਕਰੇ। ਔਰ ਇਹਦੀ ਵਜ੍ਹਾ ਤੋਂ ਕਰਕੇ ਜਾਨਵਰ ਨੂੰ ਡੀਹਾਈਡਰੇਸ਼ਨ ਨਹੀਂ ਹੁੰਦੀ, ਪਾਣੀ ਜ਼ਿਆਦਾ ਪੀਂਦਾ, ਦੇਖੋ ਨਾ ਪਾਣੀ ਪੀ ਰਹੀ ਆ, ਇਹਦੀ ਰੀਜ਼ਨ ਕਿ ਅਸੀਂ ਨਮਕ ਰੱਖਿਆ ਅੱਗੇ, ਠੀਕ ਆ। ਅਸੀਂ ਜਿਹੜਾ ਹੱਥ ਨਾਲ ਨਮਕ ਦਿੰਦੇ ਆ ਉਹ ਜਾ ਕੇ ਐਸਿਡ ਜ਼ਿਆਦਾ ਪ੍ਰੋਡਿਊਸ ਕਰਦਾ, ਮਿਹਦੇ 'ਚ ਐਸਿਡਿਟੀ ਵਧਾਉਂਦਾ, ਜਿਹਦੀ ਵਜ੍ਹਾ ਤੋਂ ਜਾਨਵਰ ਨੂੰ ਨੱਕ 'ਚੋਂ ਪਾਣੀ ਔਰ ਮੂੰਹ 'ਚੋਂ ਪਾਣੀ ਆਉਂਦਾ, ਉਹਦਾ ਪੀਐਚ ਲੈਵਲ ਵੱਧ ਜਾਂਦਾ। ਜਿਹੜਾ ਅਸੀਂ ਚੱਟਣ ਲਈ ਰੱਖਿਆ ਵਾ ਇਹ ਦੇਖੋ ਸਰਾਖ ਬਣੇ, ਠੀਕ ਆ। ਇੱਕ ਤੇ ਇਹਦੇ ਨਾਲ ਇਹ ਫਾਇਦਾ ਕਿ ਜਾਨਵਰ ਆਪਣੀ ਜ਼ਰੂਰਤ ਦੇ ਮੁਤਾਬਕ ਇਹਨੂੰ ਯੂਜ਼ ਕਰਦਾ ਵਾ ਔਰ ਮਜ਼ੇ ਦੀ ਗੱਲ ਇਹ ਕਿ ਮਿੱਟੀ ਔਰ ਇੱਧਰ ਉੱਧਰ ਜਾਨਵਰ ਮੂੰਹ ਨਹੀਂ ਮਾਰਦਾ। ਇਹਦੇ ਨਾਲ ਇਹ ਹੁੰਦਾ ਕਿ ਜਾਨਵਰ ਨਮਕੀਨ ਬੇਸਿਕਲੀ ਪੂਰੀ ਹੁੰਦੀ, ਅਗਰ ਨਮਕੀਨ ਪੂਰੀ ਆ ਤਾਂ ਜਾਨਵਰ ਜਿਹੜਾ ਵਾ ਉਹ ਤੁਹਾਡਾ ਮੌਸਮ ਨਾਲ ਵੀ ਮੁਕਾਬਲਾ ਕਰੇਗਾ ਔਰ ਡਿਜ਼ੀਜ਼ ਨਾਲ ਵੀ ਲੜੇਗਾ। ਕੱਲ ਨੂੰ ਇਹ ਹੁੰਦਾ ਕਿ ਜਾਨਵਰ ਬੈਠ ਜਾਂਦਾ ਪਾਣੀ ਦੀ ਕਮੀ ਤੋਂ, ਫਿਰ ਅਸੀਂ ਉਹਨੂੰ ਡ੍ਰਿਪਾਂ ਲਾਉਂਦੇ ਆ ਤੇ ਉਹ ਮਤਲਬ ਮਾਮਲਾ ਤਾਂ ਇਹੀ ਹੁੰਦਾ ਜਿਹੜਾ ਅਸੀਂ ਨਮਕ ਰੱਖਿਆ ਉਹ ਸਾਡਾ ਜਾਨਵਰ ਚੱਟ ਕੇ ਪੂਰਾ ਕਰ ਰਿਹਾ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਬਹੁਤ ਜ਼ਿਆਦਾ ਨਾ ਥੈਂਕ ਯੂ ਨਵਰ ਭਾਈ, ਸਾਡਾ ਫਰਜ਼ ਹੈ ਗੱਲਾਂ ਦੱਸਣੀਆਂ। ਸਾਡਾ ਛੋਟਾ ਜ਼ਿਮੀਂਦਾਰ ਵੀ ਇਸ ਤੇ ਅਮਲ ਕਰੇ ਤਾਂ ਕਾਮਯਾਬ ਹੋ ਸਕਦਾ, ਅੱਛਾ ਦੁੱਧ ਔਰ ਅੱਛੀ ਪੈਦਾਵਾਰ ਦੇ ਨਾਲ ਅੱਛੀ ਨਸਲ ਲੈ ਸਕਦਾ। ਲਿਹਾਜ਼ਾ ਤੁਹਾਡੇ ਵਲੌਗ ਦੇ ਤਸੱਸੁਰ ਨਾਲ ਕਹਿ ਰਿਹਾ ਕਿ ਅੱਛੀ ਬਰੀਡ ਆ ਲਾਓ, ਅੱਛਾ ਦੁੱਧ ਲੈਣ ਲਈ ਤੁਸੀਂ ਕੈਲਸ਼ੀਅਮ ਪਾਓ, ਪ੍ਰੋਪਰ ਕਿਸੇ ਡਾਕਟਰ ਦੀ ਨਿਗਹਦਾਸ਼ਤ ਦੇ ਵਿੱਚ ਰੱਖੋ ਆਪਣੇ ਜਾਨਵਰ ਨੂੰ, ਪ੍ਰੋਪਰ ਡਿਵਰਮਿੰਗ ਕਰਾਓ ਤੇ ਅੱਲਾ ਦੇ ਹੁਕਮ ਨਾਲ ਹੋਰ ਡਿਜ਼ੀਜ਼ ਹਮਲਾ ਨਹੀਂ ਕਰਨਗੇ ਇਨਸ਼ਾਅੱਲਾ। ਸ਼ੁਕਰੀਆ ਬਹੁਤ ਜ਼ਿਆਦਾ ਡਾਕਟਰ ਸਾਹਿਬ। ਠੀਕ ਹੈ ਦੋਸਤੋ, ਆਪਾਂ ਅਗਲੇ ਵਲੌਗ 'ਚ ਮਿਲਦੇ ਹਾਂ ਕਿਸੇ ਹੋਰ ਅੱਛੇ ਮੌਜੂ ਤੇ ਅੱਛੇ ਟੌਪਿਕ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼, ਰੱਬ ਰਾਖਾ, अस्सलाम वालेकुम।